ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦਾ ਮੌਸਮ ਗਰਮ ਰਿਹਾ, ਕੋਈ ਮੀਂਹ ਕਣੀ ਦੀ ਖਬਰ ਨਹੀਂ ਆਈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟੇ ਦੇ ਵਿੱਚ ਵੀ ਮੌਸਮ ਖੁਸ਼ਕ ਤੇ ਗਰਮ ਰਹਿਣਾ। ਹਾਲਾਂਕਿ ਤਾਪਮਾਨ ਦੇ ਵਿੱਚ ਬੜੀ ਗਿਰਾਵਟ ਆਈ ਹੈ, ਮੌਸਮ ਦੇ ਵਿੱਚ ਬਦਲਾਅ ਆਇਆ, ਖਾਸ ਕਰਕੇ ਰਾਤ ਦੇ ਵੇਲੇ। ਪਰ ਜਿਸ ਤਰੀਕੇ ਦੇ ਨਾਲ ਮੌਸਮ ਹੁਣ ਠੀਕ ਹੈ, ਪਿਛਲੇ 2 ਦਿਨਾਂ ਤੋਂ ਪੰਜਾਬ ਦਾ ਮੌਸਮ ਇੱਦਾਂ ਦਾ ਹੀ ਰਹਿਣਾ ਵੀ ਚਾਹੀਦਾ ਹੈ, ਕਿਉਂਕਿ ਇਸ ਵੇਲੇ ਮੀਂਹ ਕਣੀ ਦੇ ਕਰਕੇ ਕਿਸਾਨੀ ਦਾ ਬੜਾ ਨੁਕਸਾਨ ਹੋਇਆ ਵੀ ਹੈ ਤੇ ਹੋਰ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਸਿੱਧੀ ਆਪਾਂ ਚੱਲਦੇ ਹਾਂ ਪੰਜਾਬ ਕਾਂਗਰਸ ਦੇ ਵੱਲ। ਕੋਈ ਜੇਕਰ ਇਹ ਗੱਲ ਕਵੇ ਜੀ ਕਿ ਪੰਜਾਬ ਕਾਂਗਰਸ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ, ਯਾਨੀ ਕਿ ਸੂਬੇ ਦੀ ਸਰਕਾਰ ਕੀ ਕਰ ਰਹੀ ਹੈ, ਤਾਂ ਉਹਨੂੰ 2 ਟੁਕ ਉੱਤਰ ਇਹ ਦਿਓ ਵੀ ਵਿਕਾਸ ਵਕੂਸ ਜਾਵੇ ਭਾਵੇਂ ਢੱਠੇ ਖੂਹ ਦੇ ਵਿੱਚ। ਇਹ ਦੱਸੋ ਵੀ ਕਾਂਗਰਸ ਦੇ ਵੱਲੋਂ ਇੰਟਰਟੇਨਮੈਂਟ ਪੂਰਾ ਕੀਤਾ ਜਾ ਰਿਹਾ ਕਿ ਨਹੀਂ। ਮਨੋਰੰਜਨ ਦੇ ਮਾਮਲੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਕਾਂਗਰਸ ਦੇ ਵੱਲੋਂ ਪੇਸ਼ ਕੀਤੀ ਜਾਂਦੀ ਤਾਂ ਉੱਤਰ ਦਿਓ, ਤਾਂ ਸਵਾਲ ਕਰੋ, ਨਹੀਂ ਤਾਂ ਕੋਈ ਇਹੋ ਜਿਹਾ ਵਿਕਾਸ ਦੀ ਗੱਲ ਕਰਨ ਦੀ ਲੋੜ ਨਹੀਂ। ਪਹਿਲਾਂ ਇਹ ਗੱਲ ਕਹੀ ਗਈ ਕਾਂਗਰਸ ਦੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਉਹ ਕਹਿੰਦੇ ਰਹੇ ਜੀ ਕਿ ਪਿਛਲੀ ਸਰਕਾਰ ਨੇ ਬੜਾ ਨੁਕਸਾਨ ਕਰਤਾ, ਹੁਣ ਅਸੀਂ ਤਾਬੇ ਆਵਾਂਗੇ। ਫਿਰ ਆ ਗਿਆ ਕਰੋਨਾ, ਕਹਿੰਦੇ ਕਰੋਨਾ ਨੇ ਝੰਬ ਦਿੱਤਾ, ਅਸੀਂ ਤਾਬੇ ਆਵਾਂਗੇ। ਕਰੋਨਾ ਵੀ ਚਲਾ ਗਿਆ ਤੇ ਨਾਲ ਆਪ ਵੀ ਚਲੇ ਗਏ, ਕਿਉਂਕਿ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਕਮਾਨ ਹੁਣ ਆਈ ਹੈ, ਉਹ ਆਪਸ ਦੇ ਵਿੱਚ ਗਾਣੇ ਹੀ ਗਾਈ ਜਾਂਦੇ ਆ ਕਿ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਬਣਾਊ ਕੌਣ ਵੇ। ਕੋਈ ਕਿਹਦੇ ਨਾਲ ਰੁੱਸ ਜਾਂਦਾ, ਕੋਈ ਕਿਹਦੇ ਨਾਲ ਰੁੱਸ ਜਾਂਦਾ। ਤੇ ਨਵਜੋਤ ਸਿੰਘ ਸਿੱਧੂ ਹੁਣ ਇੱਕ ਵਾਰ ਫਿਰ ਰੁੱਸ ਗਏ ਆ, ਉਹ ਨਾਰਾਜ਼ ਹੋ ਗਏ ਆ। ਵੈਸੇ ਤਾਂ ਬਾਕੀ ਸਾਰੇ ਦਰਸ਼ਕਾਂ ਨੇ ਹੁਣ ਤੱਕ ਜਾਣਕਾਰੀ ਹਾਸਲ ਕਰ ਹੀ ਲਈ ਹੋਣੀ ਹੈ, ਪਰ ਤਾਜ਼ਾ ਜਾਣਕਾਰੀ ਇਹ ਹੈ ਕਿ ਲੰਘੀ ਰਾਤ 11 ਕੁ ਵਜੇ ਦੇ ਕਰੀਬ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਤੇ ਪਤਾ ਲੱਗਾ ਜੀ ਕਿ ਰਾਜਾ ਵਿੜਗ ਹੋਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜੀ ਕਿ ਸਭ ਕੁਝ ਠੀਕ ਹੈ। ਨਵਜੋਤ ਸਿੰਘ ਸਿੱਧੂ ਦੇ 2 ਛੋਟੇ ਮਸਲੇ ਹੈਗੇ ਆ, ਉਹ ਬਹੁਤ ਜਲਦ ਹੱਲ ਹੋ ਜਾਣਗੇ, ਉਹ ਅੱਜ ਹੀ ਹੱਲ ਹੋ ਜਾਣਗੇ, ਅਸਲ ਦੇ ਵਿੱਚ ਹੱਲ ਹੋਣ ਵਾਲੇ ਆ। ਤੇ ਕਾਂਗਰਸ ਦੇ ਵਿੱਚ ਪੂਰੀ ਏਕਤਾ ਹੈਗੀ ਆ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ। ਇਹ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਆ ਰਹੀਆਂ, ਇਹ ਕੁਝ ਕੁ ਆਪ ਮੁਹਾਰੇ ਵੀ ਬਣਾਈਆਂ, ਪਰ ਇੱਦਾਂ ਦਾ ਕੋਈ ਖਤਰਨਾਕ ਮਸਲਾ ਨਹੀਂ ਗਾ। ਇਹ ਸਾਰਾ ਕੁਝ ਠੀਕ ਹੋਣ ਵਾਲਾ ਤੇ ਹੋ ਵੀ ਜਾਣਾ। ਪਰ ਗੱਲ ਇਹ ਕਿ ਨਵਜੋਤ ਸਿੰਘ ਸਿੱਧੂ ਗੁੱਸੇ ਕਿਹੜੀ ਗੱਲੋਂ ਹੁੰਦੇ ਆ। ਲੋਕਾਂ ਨੇ ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਦਿੱਤੇ ਆ, ਰਾਜਨੀਤਿਕ ਲੋਕਾਂ ਨੇ ਕਈ ਤਰ੍ਹਾਂ ਦੀ ਆਰ ਲਾਈ ਹੈ। ਮਨੀਸ਼ ਤਿਵਾੜੀ ਹੋਰਾਂ ਨੂੰ ਤਾਂ ਕੁਲਦੀਪ ਮਾਣਕ ਸਾਹਿਬ ਚੇਤੇ ਆ ਗਏ ਆ। ਵੈਸੇ ਤਾਂ ਉਹ ਆਪਣੀ ਗਾਇਕੀ ਦੇ ਕਰਕੇ ਦੁਨੀਆ ਭਰ ਦੇ ਚੇਤੇ ਦੇ ਵਿੱਚ ਰਹਿਣਗੇ ਹਮੇਸ਼ਾ ਹੀ, ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੱਟ ਚੜ੍ਹਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਦਿੰਦੀ ਮੱਤ, ਪੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਪਹਿਲਾਂ ਹੱਸ ਲਾਉਂਦੀਆਂ ਯਾਰੀਆਂ ਤੇ ਪਿੱਛੋਂ ਰੋ ਦੇਵਣ ਦੱਸ। ਸੋ ਉਹਨਾਂ ਨੇ ਇਹ ਗੱਲ ਆਰ ਦੇ ਰੂਪ ਦੇ ਵਿੱਚ ਲਾਈ ਹੈਗੀ ਹੈ ਨਵਜੋਤ ਸਿੰਘ ਸਿੱਧੂ ਨੂੰ। ਕੁਲਦੀਪ ਮਾਣਕ ਸਾਹਿਬ ਦੇ ਬਹਾਨੇ, ਉਹਨਾਂ ਦੇ ਗੀਤ ਦੇ ਬਹਾਨੇ ਇੱਦਾਂ ਦਾ ਕੁਝ ਇਸ ਵਕਤ ਪੰਜਾਬ ਦੀ ਕਾਂਗਰਸ ਦੇ ਵਿੱਚ ਚੱਲ ਰਿਹਾ। ਮਨੀਸ਼ ਤਿਵਾੜੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਗਰੁੱਪ ਦੇ ਨਾਲ ਬੜੇ ਨੇੜਿਓਂ ਜੁੜੇ ਹੋਏ ਆ, ਇਸ ਕਰਕੇ ਉਹ ਇਹ ਗੱਲ ਕਹਿੰਦੇ ਆ। ਰਵਨੀਤ ਬਿੱਟੂ ਇਹ ਗੱਲ ਕਹਿ ਰਹੇ ਆ ਅਸਿੱਧੇ ਤਰੀਕੇ ਦੇ ਨਾਲ ਕਿ ਸ਼ਾਇਦ ਕੋਈ ਇਸ਼ਾਰਾ RSS ਦਾ ਆ ਗਿਆ ਹੋਣਾ, ਜਿਹਦੇ ਕਰਕੇ ਉਹਨਾਂ ਨੇ ਭੰਗ ਜੀ ਪਾਉਣੀ ਠੀਕ ਸਮਝੀ ਹੈ। ਇਸ ਵਕਤ ਮੰਤਰੀ ਮੰਡਲ ਦੀ ਚੋਣ ਹੋਈ ਹੈ, ਨਵੇਂ ਮੰਤਰੀਆਂ ਨੇ ਵਿਭਾਗ ਸੰਭਾਲੇ ਆ, ਯਾਨੀ ਕਿ ਉਹ ਇਹ ਵੀ ਗੱਲਾਂ ਕਰਦੇ ਆ। ਉਸ ਤੋਂ ਅਗਲੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਉਹ ਕਹਿੰਦੇ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਬੰਦਾ ਸਥਿਰ ਨਹੀਂ ਹੈਗਾ, ਇਹ ਤਾਂ ਥਾਲੀ ਦੇ ਵਿੱਚ ਬੈਂਗਣ ਵਰਗਾ, ਕਦੇ ਇੱਧਰ ਕਦੇ ਇੱਧਰ, ਕੋਈ ਯਕੀਨ ਨਹੀਂ ਕਰਨਾ ਚਾਹੀਦਾ। ਜੇ ਗੱਲ ਕਰਦੇ ਅਕਾਲੀ ਦਲ ਦੇ ਆਗੂਆਂ ਦੀ, ਉਹ ਕਹਿੰਦੇ ਜੀ ਅਸੀਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਇਹ ਤਾਂ ਮਿਸਗਾਈਡਡ ਮਿਜ਼ਾਈਲ ਹੈ, ਇਹ ਅੱਗੇ ਨੂੰ ਨਾ ਚੱਲੀ, ਆਪਦੇ ਘਰ ਵੱਲ ਪਿੱਛੇ ਨੂੰ ਚੱਲੂਗੀ, ਪਰ ਚੱਲੂਗੀ ਜ਼ਰੂਰ। ਮਨਦੀਪ ਸਿੰਘ ਮੰਨਾ ਇਹ ਗੱਲ ਕਹਿੰਦੇ ਆ ਵੀ ਮੈਂ ਪਹਿਲਾਂ ਹੀ ਕਿਹਾ ਸੀ ਕਿ 2 ਅਕਤੂਬਰ ਤੱਕ ਸਿੱਧੂ ਕਿਸੇ ਨਾ ਕਿਸੇ ਦੇ ਵਿੱਚ ਵੱਜੂਗਾ, ਇਹ ਕੋਈ ਨਾ ਕੋਈ ਜੱਬ ਪਾਊਗਾ। ਇਹ ਉਹ ਫਰਾਰੀ ਹੈ ਜਿਹੜੀ ਕਿ ਬ੍ਰੇਕ ਨਹੀਂ ਇਹਦੀ ਹੈਗੀ, ਰੇਸ ਬਹੁਤ ਹੈ, ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਇਹ ਕਿਸੇ ਨਾ ਕਿਸੇ ਦੇ ਵਿੱਚ ਵੱਜਦੀ ਜ਼ਰੂਰ ਹੈ, ਮਕੈਨਿਕ ਇਹਦੇ ਵਿੱਚ ਬ੍ਰੇਕ ਲਾਉਣੀ ਭੁੱਲ ਗਏ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਵੱਖ-ਵੱਖ ਲੋਕਾਂ ਦੇ ਵੱਲੋਂ, ਰਾਜਨੀਤਿਕ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ। ਹੁਣ ਇਹਨਾਂ ਗੱਲਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੀ ਪ੍ਰਤੀਕਿਰਿਆ ਦਿੰਦੇ ਆ, ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ, ਕਿਸੇ ਨੂੰ ਵੀ ਕੁਝ ਨਹੀਂ ਪਤਾ ਇਹਦੇ ਬਾਰੇ। ਪਰ ਨਵਜੋਤ ਸਿੰਘ ਸਿੱਧੂ ਦੇ ਮੁੱਖ ਤੌਰ ਦੇ ਉੱਤੇ 3 ਮੁੱਦੇ ਮੰਨੇ ਜਾਂਦੇ ਆ। ਇੱਕ ਤਾਂ ਇਹ ਹੈ ਕਿ DGP ਉਹਨਾਂ ਦੀ ਇੱਛਾ ਮੁਤਾਬਕ ਨਹੀਂ ਲਾਇਆ ਗਿਆ, ਚਟੋਪਧਿਆਏ ਸਾਹਿਬ ਨਹੀਂ ਲਾਏ ਗਏ। ਦੂਜੀ ਗੱਲ ਇਹ ਹੈ ਕਿ ਜਨਰਲ ਐਡਵੋਕੇਟ ਜਨਰਲ ਜਿਹੜੇ ਅਤੁਲ ਨੰਦਾ ਦੀ ਥਾਂ ਦੇ ਉੱਤੇ ਅਮਰਪ੍ਰੀਤ ਸਿੰਘ ਦਿਓਲ ਲਾਏ ਗਏ ਆ, ਇਹ ਸਮੇਤ ਸੈਣੀ ਦੇ ਵਕੀਲ ਰਹੇ ਆ। ਸੋ ਇਸ ਕਰਕੇ ਸਵਾਲ ਪੈਦਾ ਹੁੰਦਾ ਕਿ ਇਹ ਕਿਸ ਤਰੀਕੇ ਨਾਲ ਬੇਅਦਬੀ ਦੇ ਤੇ ਗੋਲੀकांड ਮਾਮਲੇ ਦੇ ਵਿੱਚ ਇਨਸਾਫ ਦੀ ਗੱਲ ਚਾਹੁੰਣਗੇ ਜਾਂ ਕਰਨਗੇ। ਤੀਜੀ ਸਭ ਤੋਂ ਵੱਡੀ ਗੱਲ ਇਹ ਹੈ, ਸਿੱਧੂ ਹੋਰੀ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਜਿਹੜੇ 3-4 ਮੰਤਰੀ ਇਹੋ ਜਿਹੇ ਚਿਹਰੇ ਆ ਜਿਹੜੇ ਕਿ ਕੈਬਨਿਟ 'ਚ ਹੋਣੇ ਚਾਹੀਦੇ ਆ, ਰਾਣਾ ਗੁਰਜੀਤ ਦੇ ਖਾਸ ਕਰਕੇ ਖਿਲਾਫ। ਪਰ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਹੁਣ ਉਹ ਤਾਂ ਦੇ ਵਿੱਚ ਆਏ, ਗੁੱਸੇ ਦੇ ਵਿੱਚ ਆਏ ਆ ਵੀ ਯਾਰ ਪੁੱਛ ਪ੍ਰਤੀਤ ਹੀ ਕਿਤੇ ਨਹੀਂ। ਹਾਲਾਂਕਿ ਇਹ ਵੀ ਪਤਾ ਲੱਗਾ ਵੀ ਸੋਨੀਆ ਗਾਂਧੀ ਨੇ ਅਸਤੀਫਾ ਸਵੀਕਾਰ ਕਰਨ ਤੋਂ ਇਨਕਾਰ ਕਰਤਾ।
ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੂਬੇ ਦੇ ਮਸਲੇ ਭਾਈ ਸੂਬੇ ਦੇ ਵਿੱਚ ਨਿਬੇੜੋ, ਸਾਡੇ ਕੋਲੇ ਇਸ ਤਰੀਕੇ ਦੇ ਨਾਲ ਅਸਤੀਫੇ ਭੇਜਣ ਦੀ ਲੋੜ ਨਹੀਂ ਹੈਗੀ। ਕਹਿਣ ਦਾ ਭਾਵ ਇਹ ਜੀ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਆ। ਕੈਪਟਨ ਅਮਰਿੰਦਰ ਸਿੰਘ ਨੂੰ ਪਰੇ ਕਰਨ ਤੋਂ ਬਾਅਦ ਇਹ ਪ੍ਰਤੀਤ ਹੁੰਦਾ ਸੀ ਵੀ ਸਾਰੇ ਇਕਜੁੱਟ ਹੋ ਗਏ, ਪਰ ਪਿਛਲੇ 3-4 ਦਿਨਾਂ ਤੋਂ ਸਭ ਦਾ ਮੱਥਾ ਠਣਕਦਾ ਸੀ ਵੀ ਸਿੱਧੂ ਸਾਹਿਬ 2-3 ਦਿਨ ਤਾਂ ਲਗਾਤਾਰ ਚਰਨਜੀਤ ਸਿੰਘ ਚੰਨੀ ਦੀ ਬਾਂਹ ਫੜ ਕੇ ਕਦੇ ਇੱਧਰ ਵੀ ਜਾ ਰਹੇ ਆ, ਕਦੇ ਇੱਧਰ ਵੀ ਜਾ ਰਹੇ ਆ, ਮੋਢੇ ਤੇ ਹੱਥ ਰੱਖ ਕੇ ਫੋਟੋਆਂ ਵੀ ਖਿਚਵਾ ਰਹੇ ਆ, ਪਰ ਫਿਰ ਉਹ ਪਿੱਛੇ ਜੇ ਕਾਹਤੋਂ ਹੋ ਗਏ ਆ? ਇਹ ਖਬਰਾਂ ਦੇ ਵਿੱਚੋਂ, ਤਸਵੀਰਾਂ ਦੇ ਵਿੱਚੋਂ ਗਾਇਬ ਕਾਹਤੋਂ ਹੋ ਗਏ ਆ? ਤੇ ਇੱਕਦਮ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਕੱਦ ਵਧਣ ਲੱਗ ਪਿਆ, ਕਿਉਂਕਿ ਜਿੱਥੇ ਜਾਂਦੇ ਨਿਮਰਤਾ ਦੇ ਨਾਲ ਚੱਲਦੇ ਆ। ਸੋ ਇਹ ਉਹ ਵੇਲਾ ਜਦੋਂ ਕਾਂਗਰਸ ਦੇ ਕੋਲੇ ਇੱਕ ਮਿੰਟ, ਇੱਕ ਘੰਟਾ, ਇੱਕ ਦਿਨ ਬੜਾ ਕੀਮਤੀ ਆ, ਤੇ ਹਾਲੇ ਵੀ ਰੁੱਸਣ ਮਨਾਉਣ ਦਾ ਸਿਲਸਿਲਾ ਚੱਲਦਾ। ਇਉਂ ਪ੍ਰਤੀਤ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੇ ਚੱਕਰ ਦੇ ਵਿੱਚ 2-3 ਦਿਨ ਨਿਕਲ ਜਾਣੇ ਆ, ਫਿਰ ਉਹ ਗੱਡੀ ਲੀਹ ਦੇ ਉੱਤੇ ਚੜਾਉਣ ਦੇ ਵਿੱਚ 3-4 ਦਿਨ ਨਿਕਲ ਜਾਣੇ ਆ, ਤੇ ਹਫ਼ਤਾ ਇਹਨਾਂ ਦਾ ਸ਼ਾਇਦ ਇਦਾਂ ਖੁਰ ਜਾਵੇ। ਪਰ ਸਿੱਧੂ ਸਾਹਿਬ ਇਮਾਨਦਾਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਸ ਤਰੀਕੇ ਦੇ ਨਾਲ ਉਹ ਆਪਣੀ ਪਾਰਟੀ ਦੇ ਖਿਲਾਫ ਹੀ ਝੰਡਾ ਚੁੱਕ ਲੈਂਦੇ ਆ, ਕਈ ਲੋਕ ਤਾਂ ਇਹ ਗੱਲ ਕਹਿੰਦੇ ਆ ਵੀ ਉਹ ਬੰਦਾ ਨਾ ਚੁੱਕੇ ਝੰਡਾ ਤਾਂ ਹੋਰ ਕੌਣ ਚੁੱਕੇ, ਤੇ ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਸਿੱਧੂ ਸਾਹਿਬ ਹੁਣ ਤੁਹਾਡੀ ਇੱਛਾ ਦੇ ਮੁਤਾਬਕ ਸਭ ਕੁਝ ਤਾਂ ਹੋ ਗਿਆ, ਤੇ ਹੁਣ ਜੇਕਰ ਕੁਝ ਕੰਮ ਆ ਜਿਹੜੇ ਉਹ ਚੰਨੀ ਹੋਰੀ ਜਾਂ ਮਨਪ੍ਰੀਤ ਸਿੰਘ ਬਾਦਲ ਹੋਰੀ ਜਾਂ ਰੰਧਾਵਾ ਸਾਹਿਬ ਹੋਰੀ ਆਪਣੀ ਮਰਜ਼ੀ ਮੁਤਾਬਕ ਵੀ ਕਰਨ ਤਾਂ ਵੀ ਆਪਾਂ ਨੂੰ ਇਸ ਗੱਲ ਤੇ ਇਤਰਾਜ਼ ਨਹੀਂ ਜ਼ਾਹਰ ਕਰਨਾ ਚਾਹੀਦਾ। ਸਭ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਨਵਜੋਤ ਸਿੰਘ ਸਿੱਧੂ ਨੇ ਅਚਾਨਕ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੱਲ੍ਹ ਤੱਕ ਸਿੱਧੂ 2022 ਦੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੱਤਾ ਦਿਵਾਉਣ ਦਾ ਦਮ ਭਰਦੇ ਸਨ, ਪਰ ਅਚਾਨਕ ਕੁਰਸੀ ਕਿਉਂ ਛੱਡ ਦਿੱਤੀ? ਅਸਲ ਵਿੱਚ ਸਿੱਧੂ ਦਾ ਇਹ ਅਸਤੀਫਾ ਅਚਾਨਕ ਨਹੀਂ ਆਇਆ। ਇਸ ਦੀ ਕਹਾਣੀ ਕੈਪਟਨ ਦੇ ਕੁਰਸੀ ਤੋਂ ਹਟਣ ਦੇ ਮੌਕੇ ਹੀ ਤਿਆਰ ਹੋਣੀ ਸ਼ੁਰੂ ਹੋ ਗਈ ਸੀ। ਸਿੱਧੂ ਅਸਲ ਦੇ ਵਿੱਚ ਕਾਂਗਰਸ ਨੂੰ ਕੈਪਟਨ ਵਾਂਗ ਚਲਾਉਣਾ ਚਾਹੁੰਦੇ ਨੇ। ਉਹ ਸੰਗਠਨ ਨੂੰ ਲੈ ਕੇ ਸਰਕਾਰ ਤੱਕ ਸਭ ਕੁਝ ਆਪਣੇ ਕੰਟਰੋਲ ਦੇ ਵਿੱਚ ਚਾਹੁੰਦੇ ਨੇ, ਪਰ ਇਹੋ ਜਿਹਾ ਕੁਝ ਨਹੀਂ ਹੋਇਆ, ਤੇ ਸਿੱਧੂ ਨੂੰ ਸਥਾਨਕ ਨੇਤਾਵਾਂ ਤੋਂ ਲੈ ਕੇ ਹਾਈ ਕਮਾਨ ਤੱਕ ਚੁਣੌਤੀ ਦੇ ਵਿੱਚੋਂ ਗੁਜ਼ਰਨਾ ਪਿਆ। ਇਸੇ ਵਜ੍ਹਾ ਕਰਕੇ ਸਿੱਧੂ ਕਰੀਬ 2.25 ਮਹੀਨੇ ਦੇ ਵਿੱਚ ਹੀ ਕੁਰਸੀ ਛੱਡਣ ਦੀ ਗੱਲ ਕਰਨ ਲੱਗ ਪਏ, ਜੋ ਕਿ ਨੈਸ਼ਨਲ ਮੀਡੀਆ ਦੇ ਵਿੱਚ ਗੱਲ ਉੱਭਰ ਕੇ ਸਾਹਮਣੇ ਆਈ ਹੈ। ਅਗਲੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਸਿੱਧੂ ਖੁਦ ਸੀਐਮ ਬਣਨਾ ਚਾਹੁੰਦੇ ਸਨ। ਹਾਈ ਕਮਾਨ ਨੇ ਸੁਨੀਲ ਜਾਖੜ ਨੂੰ ਅੱਗੇ ਕੀਤਾ। ਸਿੱਧੂ ਹੋਰੀ ਇਸ ਗੱਲ ਦੇ ਉੱਤੇ ਇਤਰਾਜ਼ ਦੇ ਵਿੱਚ ਸਨ। ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਅੱਗੇ ਆਇਆ। ਸਿੱਧੂ ਨਾਰਾਜ਼ ਹੋ ਗਏ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾਂ ਇਹ ਲੱਗਿਆ ਕਿ ਸਿੱਧੂ ਉਹਨਾਂ ਦੇ ਉੱਤੇ ਸੁਪਰ ਸੀਐਮ ਦੇ ਤੌਰ ਤੇ ਕੰਮ ਕਰ ਰਹੇ ਨੇ, ਪਰ ਜਦੋਂ ਆਲੋਚਨਾ ਹੋਈ ਤਾਂ ਸਿੱਧੂ ਸਾਹਿਬ ਨੂੰ ਪਿੱਛੇ ਹਟਣਾ ਪਿਆ। ਚੰਨੀ ਦੇ ਸੀਐਮ ਬਣਦੇ ਹੀ ਸਿੱਧੂ ਚਾਹੁੰਦੇ ਸਨ ਕਿ ਐਡਵੋਕੇਟ DS ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣ। ਫਾਈਲ ਭੇਜ ਦਿੱਤੀ ਗਈ ਸੀ। ਇਸ ਦੇ ਬਾਵਜੂਦ ਕੁਝ ਹੋਰ ਨੇਤਾਵਾਂ ਨੇ ਇਸ ਮਾਮਲੇ ਦੇ ਵਿੱਚ ਅੜਿੱਕਾ ਖੜਾ ਕਰ ਦਿੱਤਾ। ਇਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਤੇ ਫਿਰ APS ਦਿਓਲ ਨੂੰ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ। ਚੰਨੀ ਸਰਕਾਰ ਦੇ ਵਿੱਚ ਸਿੱਧੂ ਆਪਣੇ ਕਰੀਬੀਆਂ ਨੂੰ ਮੰਤਰੀ ਬਣਵਾਉਣਾ ਚਾਹੁੰਦੇ ਸਨ। ਸਿੱਧੂ ਦੀ ਇਹ ਗੱਲ ਨਹੀਂ ਮੰਨੀ ਗਈ। ਕੈਪਟਨ ਦੇ ਕਰੀਬੀ ਰਹੇ ਬ੍ਰਹਮ ਮਹਿੰਦਰਾ, ਵਿਜੇਂਦਰ ਸਿੰਗਲਾ ਤੋਂ ਲੈ ਕੇ ਕੁਝ ਪੁਰਾਣੇ ਮੰਤਰੀ ਵਾਪਸ ਮੰਤਰੀ ਮੰਡਲ ਦੇ ਵਿੱਚ ਆਏ। ਰਾਣਾ ਗੁਰਜੀਤ ਦੇ ਉੱਤੇ ਰੇਤ ਮਾਫੀਆ ਦੀ ਭੂਮਿਕਾ ਹੋਣ ਦੇ ਬਾਵਜੂਦ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਲਿਆ ਗਿਆ। 4 ਨਾਵਾਂ ਨੂੰ ਲੈ ਕੇ ਸਿੱਧੂ ਨਾਰਾਜ਼ ਸਨ, ਪਰ ਉਹਨਾਂ ਦੀ ਪੇਸ਼ ਨਹੀਂ ਚੱਲੀ ਕਿ ਰੋਕਿਆ ਜਾ ਸਕੇ। ਕਾਂਗਰਸ ਹਾਈ ਕਮਾਨ ਨੇ ਮੰਤਰੀਆਂ ਦੇ ਨਾਂ ਦੇ ਉੱਤੇ ਮੋਹਰ ਲਾਉਣ ਦੇ ਲਈ ਮੀਟਿੰਗ ਦੇ ਵਿੱਚ ਸਿਰਫ ਚਰਨਜੀਤ ਚੰਨੀ ਨੂੰ ਸੱਦਿਆ। ਸਿੱਧੂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸਿੱਧੂ ਦੀ ਬਣਾਈ ਲਿਸਟ ਨੂੰ ਹਾਈ ਕਮਾਨ ਨੇ ਫਾਈਨਲ ਨਹੀਂ ਕੀਤਾ, ਜਿਹਦੇ ਕਰਕੇ ਉਹ ਨਾਰਾਜ਼ ਹੋਏ। ਸਿੱਧੂ ਚਾਹੁੰਦੇ ਸਨ ਕਿ ਸਿਧਾਰਥ ਚਟੋਪਾਧਿਆਏ ਦਾ ਨਾਂ DGP ਦੇ ਤੌਰ ਦੇ ਉੱਤੇ ਆਵੇ। ਇਸ ਦੇ ਲਈ ਖੇਮੇਬੰਦੀ ਵੀ ਸ਼ੁਰੂ ਹੋਈ। ਇਸ ਦੇ ਬਾਵਜੂਦ ਦਿਨਕਰ ਗੁਪਤਾ ਛੁੱਟੀ ਤੇ ਗਏ ਤਾਂ ਚੰਨੀ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਦਾ ਚਾਰਜ ਦੇ ਦਿੱਤਾ। ਸਿੱਧੂ ਚਾਹੁੰਦੇ ਨੇ ਕਿ ਰਾਜ ਦਾ ਗ੍ਰਹਿ ਵਿਭਾਗ ਸੀਐਮ ਚਰਨਜੀਤ ਚੰਨੀ ਦੇ ਕੋਲ ਹੀ ਰਵੇ। ਇਸ ਦੇ ਬਾਵਜੂਦ ਵਿਭਾਗਾਂ ਦੀ ਵੰਡ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਗਿਆ ਤੇ ਸਿੱਧੂ ਦਾ ਇਸ ਮਾਮਲੇ ਤੇ ਸਬਰ ਟੁੱਟ ਗਿਆ ਤੇ ਦੁਪਹਿਰ ਹੁੰਦਿਆਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਵਿੱਚ ਪਰੰਪਰਾ ਰਹੀ ਹੈ ਕਿ ਜਦੋਂ ਸਰਕਾਰ ਬਣਦੀ ਹੈ ਤਾਂ ਕੈਬਨਿਟ ਦੇ ਵਿੱਚ ਪਹਿਲਾਂ ਪ੍ਰਧਾਨ ਨੂੰ ਉੱਥੇ ਬੁਲਾਇਆ ਜਾਂਦਾ ਹੈ। ਐਤਵਾਰ ਨੂੰ 15 ਮੰਤਰੀਆਂ ਨੇ ਸਹੁੰ ਚੁੱਕੀ। ਸੋਮਵਾਰ ਨੂੰ ਸੀਐਮ ਚਰਨਜੀਤ ਚੰਨੀ ਨੇ ਪੂਰੀ ਕੈਬਨਿਟ ਦੀ ਮੀਟਿੰਗ ਸੱਦੀ, ਪਰ ਸਿੱਧੂ ਉੱਥੇ ਨਹੀਂ ਪਹੁੰਚੇ, ਜਿਹਦੇ ਕਰਕੇ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆ ਗਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਵਾਜਬ ਵੀ ਆ ਕੁਝ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਇਸ ਤਰੀਕੇ ਨਾਲ ਕਾਂਗਰਸ ਦੀ ਜਿਹੜੀ ਫਜ਼ੀਹਤ ਹੋ ਰਹੀ ਹੈ, ਜਿਹੜੀ ਕਾਂਗਰਸ ਦੇ ਵਿੱਚ ਉਹ ਸੀਐਮ ਦਾ ਚਿਹਰਾ ਬਣ ਕੇ ਸਾਹਮਣੇ ਆਉਣਾ ਚਾਹੁੰਦੇ ਆ, ਉਸ ਕਾਂਗਰਸ ਦਾ ਵੀ ਨੁਕਸਾਨ ਹੋ ਰਿਹਾ ਤੇ ਸਿੱਧੂ ਸਾਹਿਬ ਦੇ ਆਪਣੇ ਕਿਰਦਾਰ ਦਾ, ਖਾਸ ਕਰਕੇ ਉਹਨਾਂ ਦੇ ਆਪਣੇ ਕੱਦ ਦਾ ਬੜਾ ਨੁਕਸਾਨ ਹੋ ਰਿਹਾ। ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਸੀ ਕਿ ਇਹਨਾਂ ਸ਼ਖਸੀਅਤਾਂ ਨੂੰ ਇਹਨਾਂ ਥਾਵਾਂ ਦੇ ਉੱਤੇ ਲਾਇਆ ਜਾਵੇ, ਸ਼ਾਇਦ ਹਾਈ ਕਮਾਨ ਇਸ ਗੱਲ ਦਾ ਮਨ ਬਣਾ ਚੁੱਕੀ ਹੈ ਕਿ ਹਰ ਥਾਂ ਦੇ ਉੱਤੇ ਸਿੱਧੂ ਦੀ ਅਸੀਂ ਗੱਲ ਨਹੀਂ ਮੰਨਣੀ। ਸੋ ਸਿੱਧੂ ਸਾਹਿਬ ਨੂੰ ਵੀ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਸਮਝਣੀ ਪਊਗੀ ਕਿ ਹਰ ਥਾਂ ਦੇ ਉੱਤੇ ਉਹਨਾਂ ਦੀ ਪੇਸ਼ ਨਹੀਂ ਚੱਲਣੀ।
ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਚੱਲਣੀ। ਹੁਣ ਤਾਂ ਇਹ ਵੀ ਗੱਲ ਕਹਿ ਰਹੇ ਆ ਕਿ ਆਉਂਦੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਹੋ ਸਕਦਾ ਚਰਨਜੀਤ ਸਿੰਘ ਚੰਨੀ ਦੇ ਨਾਲ ਵੀ ਕਿਸੇ ਗੱਲੋਂ ਕਲੇਸ਼ ਪਾ ਕੇ ਬਹਿ ਜਾਣ। ਸੋ ਇਹ ਜਿਹੜਾ ਪ੍ਰਭਾਵ ਬਣ ਰਿਹਾ, ਇਸ ਪ੍ਰਭਾਵ ਨੂੰ ਸਿੱਧੂ ਸਾਹਿਬ ਨੇ ਆਪ ਤੋੜਨਾ। ਇਮਾਨਦਾਰ ਆ, ਕੋਈ ਦੋ ਰਾਏ ਨਹੀਂ, ਪਰ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀਆਂ ਨਾਰਾਜ਼ਗੀਆਂ ਕਈ ਤਰ੍ਹਾਂ ਦੇ ਨਵੇਂ ਸਵਾਲ ਖੜੇ ਕਰ ਜਾਂਦੀਆਂ। ਇਸ ਤੋਂ ਅਗਲੀ ਤੇ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ 3 ਮਹੀਨੇ ਬਾਕੀ ਆ ਵਰਤਮਾਨ ਸਰਕਾਰ ਦੇ ਕੋਲੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 2022 ਦੇ ਵਿੱਚ 99% ਦੀ ਆਸ ਆ ਕਿ ਚਰਨਜੀਤ ਸਿੰਘ ਚੰਨੀ ਹੀ ਸੀਐਮ ਕੈਂਡੀਡੇਟ ਦਾ ਚਿਹਰਾ ਹੋਣਗੇ। ਪਰ ਗੱਲ ਇਹ ਹੈ ਕਿ ਸਿੱਧੂ ਹੋਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਣੀ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇਕਰ ਇੱਦਾਂ ਦਾ ਹੋ ਜਾਂਦਾ ਤਾਂ ਸਿੱਧੂ ਹੋਰੀ ਕੀ ਪੈਂਤੜਾ ਅਪਣਾਉਣਗੇ। ਬਾਕੀ ਗੱਲ ਇਹ ਵੀ ਕੱਲ ਰਜ਼ੀਆ ਸੁਲਤਾਨਾ ਨੇ ਵੀ ਅਸਤੀਫਾ ਦਿੱਤਾ, ਗੁਲਜ਼ਾਰ ਇੰਦਰ ਸਿੰਘ ਚਹਿਲ ਨੇ ਵੀ ਅਸਤੀਫਾ ਦਿੱਤਾ। ਇਸ ਤੋਂ ਇਲਾਵਾ ਇੱਕ ਹੋਰ ਜਨਰਲ ਸਕੱਤਰ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਕਈਆਂ ਨੇ ਅਸਤੀਫੇ ਦਿੱਤੇ ਆ, ਪਰ ਲੱਗਦਾ ਇਹ ਆ ਵੀ ਕਾਂਗਰਸ ਦੇ ਵਿੱਚ ਸਭ ਕੁਝ ਠੱਲ ਲਿਆ ਜਾਊਗਾ, ਸਾਰਾ ਕੁਝ ਤਾਬੇ ਆ ਜਾਊਗਾ। ਇਹ ਗੱਲ ਸੀਨੀਅਰ ਕਾਂਗਰਸੀ ਵੀ ਕਹਿੰਦੇ ਆ, ਕਿਉਂਕਿ ਇਸ ਗੱਲ ਦੀ ਆਸ ਨਹੀਂ ਹਾਲ ਦੀ ਘੜੀ ਵੀ ਨਵਜੋਤ ਸਿੰਘ ਸਿੱਧੂ ਕਿਤੇ ਹੋਰ ਉਡਾਰੀ ਮਾਰ ਕੇ ਜਾਣਗੇ। ਇਹ ਇੱਕ ਵੱਖਰੀ ਗੱਲ ਹੈ ਵੀ ਅੱਜ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਆ ਰਹੇ ਆ। ਲੰਘੇ ਕੱਲ ਪੰਜਾਬ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋ ਗਈ ਹੈ। ਵਿਭਾਗਾਂ ਦੀ ਵੰਡ ਦੇ ਮੌਕੇ ਸਭ ਕੁਝ ਖਿਆਲ ਦੇ ਵਿੱਚ ਸ਼ਾਇਦ ਰੱਖਿਆ ਗਿਆ ਹੋਵੇ ਜਿਹੜਾ ਕਿ ਆਮ ਬੰਦੇ ਦੀ ਸਮਝ ਦਾ ਹਿੱਸਾ ਨਾ ਵੀ ਹੋਵੇ। ਪਰ ਗੱਲ ਇਹ ਜੀ ਕਿ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਨੂੰ ਮਹਿਕਮੇ ਦਿੱਤੇ ਗਏ ਆ, ਖੇਡਾਂ ਵਾਲਾ ਵੀ ਤੇ ਸਿੱਖਿਆ ਵਾਲਾ ਵੀ, ਉਹ ਤਾਂ ਗੱਲ ਸਮਝ ਪੈਂਦੀ ਆ। ਪਰ ਕੁਝ ਕੁ ਮੰਤਰੀਆਂ ਨੂੰ ਉਹ ਮਹਿਕਮੇ ਦਿੱਤੇ ਗਏ ਆ ਜਿਨ੍ਹਾਂ ਦੇ ਬਾਬਤ ਉਹਨਾਂ ਦਾ ਸ਼ਾਇਦ ਕੋਈ ਵੀ ਤਜਰਬਾ ਨਹੀਂ ਆ। ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਇਸ ਗੱਲ ਦੀ ਚਰਚਾ ਵੀ ਜਿਹਨੇ ਕਦੇ ਇਹ ਨਹੀਂ ਦੇਖਿਆ ਹੁੰਦਾ ਵੀ ਹਲ ਦਾ ਮੁੰਨਾ ਕਿਹੋ ਜਿਹਾ, ਉਸ ਬੰਦੇ ਨੂੰ ਖੇਤੀਬਾੜੀ ਮੰਤਰੀ ਬਣਾ ਦਿੱਤਾ ਜਾਂਦਾ। ਜਿਹੜਾ ਬੰਦਾ ਆਪ 20 ਤਰ੍ਹਾਂ ਦੀਆਂ ਦਵਾਈਆਂ ਖਾਂਦਾ ਉਹਨੂੰ ਸਿਹਤ ਮੰਤਰੀ ਬਣਾ ਦਿੱਤਾ ਜਾਂਦਾ। ਇੱਦਾਂ ਦੀਆਂ ਗੱਲਾਂ ਚੱਲਦੀਆਂ ਭਾਰਤ ਦੇ ਵਿੱਚ, ਇਹ ਤਾਂ ਹੁਣ ਚੁਟਕਲਿਆਂ ਦੇ ਰੂਪ ਦੇ ਵਿੱਚ ਚੱਲਦੀਆਂ। ਸੋ ਇਸ ਕਰਕੇ ਲੋੜ ਤਾਂ ਇਸ ਵਕਤ ਇਸ ਗੱਲ ਦੀ ਆ ਕਿ ਜਿਹੜੇ ਵੀ ਮੰਤਰੀ ਬਣੇ ਆ, ਜਿਹਦੇ ਕੋਲੇ ਜਿਹੜਾ ਵੀ ਵਿਭਾਗ ਆਇਆ, ਤਲੀ ਦੇ ਉੱਤੇ ਇੱਕ ਵਾਰ ਇਹੋ ਜਿਹੀ ਸਰੋਂ ਜਮਾ ਕੇ ਦਿਖਾ ਦਿੱਤੀ ਜਾਵੇ ਵੀ ਲੋਕ ਕਹਿਣ ਹਾਂ ਯਾਰ ਇਹੀ ਅਸਲ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਸੀ, ਇਹ ਸਾਨੂੰ ਇਸ ਤੋਂ ਪਹਿਲਾਂ ਕਿਉਂ ਨਹੀਂ ਮਿਲੇ, ਇਹਨਾਂ ਨੇ ਤਾਂ ਕਮਾਲ ਕਰ ਛੱਡੀ ਆ। ਪਰ ਅਸਲ ਗੱਲ ਇਹ ਵੀ ਹੈ ਵੀ ਚਰਨਜੀਤ ਸਿੰਘ ਚੰਨੀ ਦੀ ਇਸ ਕੈਬਨਿਟ ਦੇ ਵਿੱਚ ਕੁਝ ਕੁ ਇਹੋ ਜਿਹੇ ਚਿਹਰੇ ਵੀ ਆ ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਆ, ਜਿਹੜੇ ਰੇਤ ਦੇ ਵਿੱਚੋਂ ਰੁਪਈਏ ਕਹਿੰਦੇ ਕਾਫੀ ਕਮਾਉਂਦੇ ਰਹੇ ਆ। ਸੋ ਉਹ ਬੰਦੇ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਚੰਨੀ ਹੋਰਾਂ ਦਾ ਕੱਦ ਅੱਗੇ ਆਉਣ ਦੇਣਗੇ, ਉੱਭਰ ਦੇਣਗੇ ਹੋਰ, ਉਹਨਾਂ ਬੰਦਿਆਂ ਤੋਂ ਕਿਵੇਂ ਇਮਾਨਦਾਰੀ ਦੀ ਆਸ ਹੋ ਸਕਦੀ ਹੈ, ਇਹਦੇ ਬਾਬਤ ਸ਼ਰੀਕੇ ਭਾਈਚਾਰੇ ਵਾਲੀਆਂ ਪਾਰਟੀਆਂ ਵੀ ਸਵਾਲ ਚੁੱਕਦੀਆਂ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਇਹੋ ਜਿਹੀਆਂ ਉੱਠਦੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਵੀ ਕਿਹੜੇ ਮੰਤਰੀ ਦੇ ਕੋਲੇ ਕਿਹੜਾ ਵਿਭਾਗ ਆਇਆ ਤੇ ਕਿਹੜਾ ਮੰਤਰੀ ਕਿਹੜਾ ਵਿਭਾਗ ਚਾਹੁੰਦਾ ਸੀ ਤੇ ਕਿਸ ਤਰੀਕੇ ਦੇ ਨਾਲ ਹੁਣ ਮੰਤਰੀ ਮੰਡਲ ਕੰਮ ਕਰੂਗਾ ਜੇਕਰ ਟਿਕਿਆ ਰਿਹਾ ਤਾਂ। ਇਹ ਸ਼ਬਦ ਮੈਨੂੰ ਇਸ ਕਰਕੇ ਵਰਤਣੇ ਪੈ ਰਹੇ ਆ ਕਿਉਂਕਿ ਕੋਈ ਪਤਾ ਨਹੀਂ ਜੋ ਹਾਲਾਤ ਬਣੇ ਹੋਏ ਆ ਵੀ ਜਦੋਂ ਤੱਕ ਅਸੀਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਸਮਾਪਤ ਕਰਕੇ ਹਟ ਗਏ ਤਾਂ ਸੁੱਤੇ ਪਿਆ ਨੂੰ ਕੀ ਨਵਾਂ ਚੰਦ ਚੜ੍ਹ ਜੇ। ਪਰ ਰਿਪੋਰਟ ਦਾ ਪਹਿਲਾਂ ਵੇਰਵਾ ਸਾਂਝਾ ਕਰਦੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੋਲ ਕਰਮਚਾਰੀ, ਚੌਕਸੀ, ਆਮ ਪ੍ਰਸ਼ਾਸਨ, ਨਿਆਂ, ਕਾਨੂੰਨੀ ਤੇ ਵਿਧਾਇਕ ਮਾਮਲੇ, ਸੂਚਨਾ ਤੇ ਲੋਕ ਸੰਪਰਕ, ਵਾਤਾਵਰਣ, ਖਨਨ ਤੇ ਭੂ ਵਿਗਿਆਨ, ਸ਼ਹਿਰੀ ਹਵਾਬਾਜ਼ੀ ਵਿਭਾਗ ਰੱਖੇ ਨੇ। ਆਬਕਾਰੀ, ਪ੍ਰਾਹੁਣਾਚਾਰੀ, ਸ਼ਕਤੀ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵੀ ਉਹਨਾਂ ਕੋਲ ਨੇ। ਹਾਲਾਂਕਿ ਇਹ ਵੀ ਦੱਸਣਾ ਬਣਦਾ ਕਿ 1 ਦਰਜਨ ਤੋਂ ਵੱਧ ਵਿਭਾਗ ਚਰਨਜੀਤ ਸਿੰਘ ਚੰਨੀ ਦੇ ਕੋਲ ਨੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਵਿਭਾਗ, ਸਹਿਕਾਰਤਾ ਤੇ ਜ਼ਿਲ੍ਹਾ ਦੇ ਵਿਭਾਗ ਸੌਂਪੇ ਗਏ ਨੇ। ਇਸੇ ਤਰ੍ਹਾਂ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਭਲਾਈ, ਰੱਖਿਆ ਸੇਵਾਵਾਂ ਭਲਾਈ ਤੇ ਆਜ਼ਾਦੀ ਘੁਲਾਟੀਆਂ ਦੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਦੇ ਵਿਭਾਗ ਮਿਲੇ ਨੇ। ਮਨਪ੍ਰੀਤ ਬਾਦਲ ਦੇ ਕੋਲੇ ਵਿੱਤ, ਟੈਕਸੇਸ਼ਨ, ਗਵਰਨੈਂਸ ਸੁਧਾਰ, ਯੋਜਨਾਬੰਦੀ ਤੇ ਪ੍ਰੋਗਰਾਮ ਲਾਗੂ ਕਰਨ ਦੇ ਵਿਭਾਗ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਲੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਦਾ ਵਿਭਾਗ ਹੈ। ਅਰੁਣਾ ਚੌਧਰੀ ਦੇ ਕੋਲੇ ਮਾਲੀਆ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਨੇ। ਸੁਖ ਸਰਕਾਰੀਆ ਦੇ ਕੋਲੇ ਜਲ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ। ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਿਖਲਾਈ, ਬਾਗਬਾਨੀ ਤੇ ਭੂਮੀ ਤੇ ਜਲ ਸੰਭਾਲ ਵਿਭਾਗ ਅਲਾਟ ਕੀਤੇ ਗਏ ਨੇ। ਰਜ਼ੀਆ ਸੁਲਤਾਨਾ ਦੇ ਕੋਲ ਜਲ ਸਪਲਾਈ ਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਬਾਲ ਵਿਕਾਸ ਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ। ਵਿਜੇਂਦਰ ਸਿੰਗਲਾ ਨੂੰ ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰਾਂ ਦਾ ਵਿਭਾਗ ਸੌਂਪਿਆ ਗਿਆ। ਭਾਰਤ ਭੂਸ਼ਣ ਆਸ਼ੂ ਦੇ ਕੋਲੇ ਪਹਿਲਾਂ ਵਾਲਾ ਵਿਭਾਗ ਹੈ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦਾ ਵਿਭਾਗ। ਰਣਦੀਪ ਸਿੰਘ ਨਾਭਾ ਦੇ ਕੋਲੇ ਖੇਤੀਬਾੜੀ ਤੇ ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਵਿਭਾਗ। ਡਾਕਟਰ ਰਾਜਕੁਮਾਰ ਵੇਰਕਾ ਦੇ ਕੋਲੇ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਤੇ ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ। ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜੀਵਨ ਤੇ ਕਿਰਤ ਵਿਭਾਗ ਮਿਲਿਆ। ਪ੍ਰਗਟ ਸਿੰਘ ਦੇ ਕੋਲੇ ਸਕੂਲੀ ਸਿੱਖਿਆ, ਉੱਚ ਸਿੱਖਿਆ, ਖੇਡਾਂ ਤੇ ਯੁਵਕ ਸੇਵਾਵਾਂ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਕਾਰਜ ਭਾਗ ਮਿਲਿਆ। ਤੇ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮਹਿਕਮਾ ਮਿਲਿਆ।
ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ ਮੰਤਰੀਆਂ ਦੇ ਕੋਲੇ ਜਿਹੜੇ ਮਹਿਕਮੇ ਆਏ ਆ ਉਹਨਾਂ ਨੂੰ ਮੁਬਾਰਕਾਂ ਹੀ ਦੇ ਸਕਦੇ ਆ, ਤੇ ਬਿਨਾਂ ਉਹਨਾਂ ਦੇ ਕੰਮ ਦੀ ਪੈੜ ਚਾਲ ਨੂੰ ਵੇਖਿਆ ਇਹ ਵੀ ਨਹੀਂ ਗੱਲ ਕਹਿਣੀ ਬਣਦੀ ਵੀ ਉਹਨਾਂ ਨੇ ਕੱਖ ਨਹੀਂ ਕਰਨਾ। ਇਹ ਗੱਲ ਕਹਿਣੀ ਸੌਖੀ ਹੈ, ਕਿਸੇ ਦੇ ਬਾਬਤ ਬਿਨਾਂ ਉਹਦੇ ਬਾਰੇ ਪਰਖਿਆ ਮੇਰਾ ਖਿਆਲ ਆ ਵੀ ਕਾਂਟਾ ਨਹੀਂ ਫੇਰਨਾ ਚਾਹੀਦਾ ਉਹਦੀ ਗੱਲ ਦੇ ਉੱਤੇ। ਹੋ ਸਕਦਾ ਪ੍ਰਗਟ ਸਿੰਘ ਹੋਰੀ ਬਹੁਤ ਵਧੀਆ ਕੰਮ ਕਰਨ ਤੇ ਅਸੀਂ ਇੱਥੇ ਬੈਠੇ ਕਹਿ ਦਈਏ ਵੀ ਉਹਨਾਂ ਨੇ ਕੱਖ ਨਹੀਂ ਕਰਨਾ, ਤਾਂ ਇਹ ਵੀ ਬਹੁਤ ਮਾੜੀ ਗੱਲ ਹੈ। ਹੋ ਸਕਦਾ ਵੀ ਰਾਜਾ ਵੜਿੰਗ ਹੋਰੀ ਉਹਨਾਂ ਸਾਰੀਆਂ ਬੱਸਾਂ ਨੂੰ ਬੰਦ ਕਰਵਾ ਦੇਣ ਜਿਹੜੀਆਂ ਕਿ ਇੱਕ ਪਰਮਿਟ ਦੇ ਉੱਤੇ 8-8 10-10 12-12 ਕਈ ਨੇਤਾਵਾਂ ਦੀਆਂ ਚੱਲੀ ਜਾਂਦੀਆਂ। ਜੇ ਉਹ ਇਦਾਂ ਦਾ ਕੰਮ ਕਰ ਜਾਂਦੇ ਆ ਤਾਂ ਇਹਦਾ ਮਤਲਬ ਇਹ ਆ ਵੀ ਉਹ ਚੰਗਾ ਕੰਮ ਕਰਦੇ ਆ, ਤੇ ਫਿਰ ਆਪਾਂ ਇੱਥੇ ਬੈਠੇ ਕਹਿ ਦਈਏ ਵੀ ਭਾਈ ਉਹਨਾਂ ਨੇ ਕੱਖ ਨਹੀਂ ਕਰਨਾ। ਇਹ ਗੱਲਾਂ ਗਲਤ ਹੋਣਗੀਆਂ। ਪਹਿਲਾਂ ਆਪਾਂ ਨੂੰ ਕੰਮ ਵੇਖਣੇ ਪੈਣਗੇ। ਕੰਮ ਦੇਖਣ ਦੇ ਉੱਤੇ ਵੀ ਕਿਹੜਾ ਵਰੇ ਰਹਿ ਗਏ, 3 ਮਹੀਨੇ ਦੇ ਵਿੱਚ ਸਾਰੀ ਗੱਲ ਸਾਹਮਣੇ ਆ ਜਾਣੀ ਆ ਵੀ ਕਿਹੜਾ ਕਿੱਥੇ ਜੇ ਖੜਾ, ਕਿਹਨੇ ਕਿਹੜੇ ਵਿਭਾਗ ਦੇ ਵਿੱਚ ਕਮਾਲ ਦਾ ਕੰਮ ਕੀਤਾ, ਕਿਹਨੇ ਕਿਹੜੇ ਵਿਭਾਗ ਦੇ ਵਿੱਚ ਠੁੱਸ ਹੋ ਕੇ ਦਿਖਾਇਆ। ਸੋ ਲੋਕ ਇਸ ਵੇਲੇ ਇਸ ਗੱਲ ਦੀ ਆਸ ਕਰ ਰਹੇ ਆ ਵੀ ਸ਼ਾਇਦ ਕੁਝ ਚੰਗਾ ਹੋਵੇ, ਤੇ ਜੇ ਕੁਝ ਚੰਗਾ ਹੋ ਗਿਆ ਤਾਂ ਲੋਕ ਇਹ ਗੱਲ ਕਹਿਣਗੇ ਵੀ ਭਾਈ ਬਹੁਤ ਚੰਗਾ ਬਦਲਾਅ ਹੋਇਆ। ਪਰ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਦਾ ਦੌਰ ਹੈ, ਜਿਵੇਂ ਕੁਝ ਕੁ ਦਾਗੀਆਂ ਨੂੰ ਮੰਤਰੀ ਬਣਾਉਣ ਦੀ ਗੱਲ ਚੱਲਦੀ ਹੈ, ਉਸ ਤੋਂ ਬਾਅਦ ਆਸ ਘਟ ਰਹੀ ਹੈ ਲੋਕਾਂ ਦੀ ਵੀ ਭਾਈ ਇਹ ਕੁਝ ਨਾ ਕੁਝ ਕਰਕੇ ਦਿਖਾਉਣਗੇ। ਲੰਘੇ ਕੱਲ ਵੀ ਇਸ ਤਰੀਕੇ ਦੀਆਂ ਕਈ ਗੱਲਾਂ ਸ਼ਰੀਕ ਭਾਈਚਾਰੇ ਦੀਆਂ ਪਾਰਟੀਆਂ ਦੇ ਵੱਲੋਂ ਕੀਤੀਆਂ ਗਈਆਂ। ਚਲੋ ਉਹਨਾਂ ਨੂੰ ਤਾਂ ਆਪਾਂ ਮੰਨਦੇ ਵੀ ਰਾਜਨੀਤੀ ਕਰਦੇ ਆ, ਰਾਜਨੀਤਿਕ ਲੋਕਾਂ ਨੇ ਪੈਰ ਵਿਧਣੇ ਹੁੰਦੇ, ਠਿੱਬੀ ਲਾਉਣੀ ਹੁੰਦੀ ਆ, ਪਰ ਹੁਣ ਆਮ ਲੋਕ ਵੀ ਇਹੀ ਗੱਲਾਂ ਕਰਦੇ ਆ। ਬਜ਼ੁਰਗ ਜਿਹੜੇ ਪੜ੍ਹੇ ਲਿਖੇ ਨਹੀਂ ਲੋਕ, ਉਹ ਵੀ ਜਿਹੜੇ ਬਹੁਤ ਪੜ੍ਹੇ ਲਿਖੇ ਆ, ਪਾਰਕਾਂ 'ਚ ਬੈਠੇ, ਦਫ਼ਤਰਾਂ 'ਚ ਬੈਠੇ, ਘਰਾਂ 'ਚ ਬੈਠੇ, ਹਰ ਥਾਂ ਬੈਠੇ ਇਹ ਗੱਲ ਕਰਦੇ ਵੀ ਯਾਰ ਫਲਾਣਾ ਬੰਦਾ ਕਿਹੜੀ ਗੱਲੋਂ ਆਹ ਵਿਭਾਗ ਲੈ ਗਿਆ, ਫਲਾਣੇ ਬੰਦੇ ਦਾ ਕਿਵੇਂ ਜੁਗਾੜ ਲੱਗ ਗਿਆ, ਫਲਾਣੇ ਬੰਦੇ ਨੂੰ ਆਹ ਮਹਿਕਮਾ ਦੇ ਕੇ ਤੇ ਕਾਂਗਰਸ ਹਾਈ ਕਮਾਨ ਨੇ ਕੀ ਸੋਚਿਆ ਹੋਣਾ, ਕੀ ਇਹ ਬੰਦਾ ਪੰਜਾਬ ਦਾ ਕੋਈ ਮਸਲਾ ਹੱਲ ਕਰ ਸਕੂਗਾ, ਕੀ ਇਹਨੂੰ ਸੰਬੰਧਿਤ ਮਹਿਕਮੇ ਦੇ ਬਾਰੇ ਊੜਾ ਆੜਾ ਪਤਾ। ਇਹੋ ਜਿਹੀਆਂ ਗੱਲਾਂ ਚਾਰੇ ਪਾਸੇ ਉੱਠ ਵੀ ਰਹੀਆਂ। ਕਮਿਊਨਿਸਟ ਪਾਰਟੀ ਦੇ ਵਿੱਚੋਂ ਕਨ੍ਹਈਆ ਕੁਮਾਰ ਨਿਕਲ ਕੇ ਤੇ ਕਾਂਗਰਸ ਦੇ ਵਿੱਚ ਪ੍ਰਵੇਸ਼ ਕਰ ਗਏ ਆ। ਕਾਂਗਰਸ ਦਾ ਇਹ ਕਹਿਣਾ ਜੀ ਕਿ ਅਸੀਂ ਨਵੇਂ ਚਿਹਰਿਆਂ ਨੂੰ, ਊਰਜਾਵਾਨ ਚਿਹਰਿਆਂ ਨੂੰ ਮੌਕਾ ਦੇ ਰਹੇ ਹਾਂ ਤੇ ਆਉਂਦੇ ਸਮੇਂ ਦੇ ਵਿੱਚ ਵੀ ਦੇਵਾਂਗੇ। ਕਨ੍ਹਈਆ ਕੁਮਾਰ ਨੇ ਪਿਛਲੇ ਕਈ ਵਰ੍ਹਿਆਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਵੇਂ ਤਰਕ ਸਮੇਤ ਆਲੋਚਨਾ ਵੀ ਕੀਤੀ, ਸਵਾਲਾਂ ਦੇ ਘੇਰੇ ਦੇ ਵਿੱਚ ਵੀ ਖੜਾ ਕੀਤਾ। ਇਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦੀਆਂ ਗੱਲਾਂ ਰਹੀਆਂ। ਮੇਰਾ ਨਹੀਂ ਖਿਆਲ ਵੀ ਭਾਰਤ ਦੇ ਵਿੱਚ ਇੱਦਾਂ ਦੇ ਤੇਜ਼ ਤਰਾਰ ਬੁਲਾਰੇ, ਹਰ ਗੱਲ ਨੂੰ ਤੱਥ ਦੇ ਨਾਲ, ਫੈਕਟ ਦੇ ਨਾਲ ਪੇਸ਼ ਕਰਨ ਵਾਲੇ ਨੌਜਵਾਨ ਜਾਂ ਕਿਸੇ ਵੀ ਪਾਰਟੀ ਦੇ ਵਿੱਚ ਹੋਣ ਵਿਅਕਤੀ, ਰਾਜਨੀਤਿਕ ਲੋਕ ਹੋਣ, ਉਹ ਇੱਦਾਂ ਪੇਸ਼ ਕਰ ਸਕਦੇ ਆ। ਪਰ ਕੋਈ ਨਾ ਕੋਈ ਤਾਂ ਕਾਰਨ ਅੰਦਰ ਖਾਤੇ ਹੈ ਜਿਹਦੇ ਕਰਕੇ ਕਨ੍ਹਈਆ ਕੁਮਾਰ ਨੂੰ ਕਾਂਗਰਸ ਦੇ ਵੱਲ ਮੂੰਹ ਕਰਨਾ ਪਿਆ। ਕਈ ਲੋਕ ਇਹ ਵੀ ਗੱਲ ਦੱਸਦੇ ਆ ਕਿ ਜੀ ਜਿੱਥੇ ਉਹ ਸੀ ਉੱਥੇ ਕਦਰ ਨਹੀਂ ਹੋਈ। ਉੱਥੇ ਸ਼ਾਇਦ ਇਸ ਕਰਕੇ ਕਦਰ ਨਹੀਂ ਹੋਈ ਕਿਉਂਕਿ ਉੱਥੇ ਨਵਿਆਂ ਨੂੰ ਮੌਕਾ ਉਨੇ ਵੱਡੇ ਪੱਧਰ ਦੇ ਉੱਤੇ ਨਹੀਂ ਮਿਲਦਾ। ਇੱਦਾਂ ਉੱਭਰਦੇ ਹੋਏ ਚਿਹਰਿਆਂ ਨੂੰ ਦੇਖਿਆ ਨਹੀਂ ਜਾ ਸਕਦਾ। ਜਿਹੜੇ ਉੱਥੇ ਪਹਿਲਾਂ ਥੰਮ ਬੈਠੇ ਆ, ਉਹ ਚਾਹੁੰਦੇ ਨਹੀਂ ਕਿ ਨਵਾਂ ਚਿਹਰਾ ਆਵੇ ਤੇ ਲੋਕਾਂ ਦੇ ਵਿੱਚ ਜਾ ਕੇ ਤੇ ਮੇਲਾ ਲੁੱਟਣ ਵਾਲੀ ਜਿਹੜੀ ਆ ਉਹ ਗੱਲ ਕਰ ਜਾਵੇ। ਇਸ ਕਰਕੇ ਉਹ ਪਛਾਣ ਨੂੰ ਖਿੱਚ ਕੇ ਰੱਖਣਾ ਚਾਹੁੰਦੇ ਸੀ ਤੇ ਕਨ੍ਹਈਆ ਕੁਮਾਰ ਨੂੰ ਲੈਣ ਵਾਲੇ ਹੋਰ ਆ ਗਏ ਤੇ ਫਿਰ ਕਨ੍ਹਈਆ ਕੁਮਾਰ ਉਧਰਲੇ ਪਾਸੇ ਚਲੇ ਗਏ। ਵਿਚਲੀ ਗੱਲ ਕੀ ਹੈ ਕੁਝ ਕਹਿ ਨਹੀਂ ਸਕਦੇ, ਪਰ ਇਸ ਰਿਪੋਰਟ ਦਾ ਪਹਿਲਾਂ ਵੇਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਲੰਘੇ ਕੱਲ ਕਨ੍ਹਈਆ ਕੁਮਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਇੱਥੇ ਵੀ ਦੱਸਣਾ ਬਣਦਾ ਕਿ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਤੋਂ ਪਹਿਲਾਂ ਰਾਹੁਲ ਗਾਂਧੀ ਕਨ੍ਹਈਆ ਕੁਮਾਰ ਨੂੰ ਮਿਲੇ। ਕਨ੍ਹਈਆ ਕੁਮਾਰ ਨੇ ਇਹ ਗੱਲ ਕਹੀ ਹੈ ਕਿ ਦੇਸ਼ ਨੂੰ ਬਚਾਉਣ ਦੇ ਲਈ ਕਾਂਗਰਸ ਵਰਗੀ ਸਿਆਸੀ ਧਿਰ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ। ਇੱਥੇ ਵੀ ਦੱਸਣਾ ਬਣਦਾ ਕਿ ਇਹ ਕਨ੍ਹਈਆ ਕੁਮਾਰ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਉਹ ਕਾਂਗਰਸ ਵਿੱਚ ਗਏ ਨੇ ਤੇ ਬਿਹਾਰ ਦੇ ਵਿੱਚ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਕਾਂਗਰਸ ਵੱਲੋਂ ਸੌਂਪੀ ਜਾ ਸਕਦੀ ਹੈ। ਪਰ ਪਿਛਲੇ ਕੁਝ ਕੁ ਵਰ੍ਹਿਆਂ ਦੇ ਵਿੱਚ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲੇ ਸਵਾਲ ਤੇ ਕੱਲੇ ਕੰਮ ਦਾ ਉੱਤਰ ਤਰਕ ਦੇ ਨਾਲ ਕਨ੍ਹਈਆ ਕੁਮਾਰ ਨੇ ਦਿੱਤਾ, ਉਸਨੇ ਭਾਰਤ ਭਰ ਦੇ ਵਿੱਚ ਇੱਕ ਬਹੁਤ ਵੱਡੀ ਪਛਾਣ ਕਨ੍ਹਈਆ ਕੁਮਾਰ ਦੀ ਬਣਾਈ। ਪਰ ਜਿਸ ਤਰੀਕੇ ਨਾਲ ਉਹ ਕਾਂਗਰਸ ਦੇ ਵਿੱਚ ਗਏ ਨੇ, ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਏਗਾ ਇਹ ਵਕਤ ਬਿਆਨ ਕਰੇਗਾ। ਵੈਸੇ ਇਸ ਤੋਂ ਪਹਿਲਾਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਜਿਸ ਵਿੱਚ ਉਹ ਹਾਰ ਗਏ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਨ੍ਹਈਆ ਕੁਮਾਰ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਾ ਇਹ ਕਾਂਗਰਸ ਦੇ ਲਈ ਮੈਂ ਸੋਚਦਾ ਕਿ ਇੱਕ ਵੱਡੀ ਪ੍ਰਾਪਤੀ ਹੈ। ਕਨ੍ਹਈਆ ਕੁਮਾਰ ਦੇ ਲਈ ਇਹ ਕਿੰਨੀ ਕੁ ਵੱਡੀ ਪ੍ਰਾਪਤੀ ਸਾਬਤ ਹੁੰਦੀ ਹੈ ਵਕਤ ਦੱਸੂਗਾ, ਪਰ ਘਾਟਾ ਕਮਿਊਨਿਸਟ ਪਾਰਟੀ ਦੇ ਲਈ ਇਹ ਬਹੁਤ ਵੱਡਾ। ਉਹ ਮੰਨਣ ਜਾਂ ਨਾ ਮੰਨਣ ਇਹ ਉਹਨਾਂ ਦੀ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਹੈ, ਪਰ ਰਾਜਨੀਤਿਕ ਮਸ ਰੱਖਣ ਵਾਲੇ ਲੋਕ ਇਹੀ ਗੱਲ ਕਹਿੰਦੇ ਆ। ਉਸ ਤੋਂ ਅਗਲੀ ਤੇ ਮਹੱਤਵਪੂਰਨ ਗੱਲ ਇਹ ਹੈ ਵੀ ਇਸ ਵਕਤ ਬੀਜੇਪੀ ਨੂੰ ਟੱਕਰ ਦੇਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ ਦੀ ਗੱਲ ਕਰ ਰਹੀਆਂ। ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਕਜੁੱਟ ਹੋ ਵੀ ਜਾਣ, ਪਰ ਹਾਲ ਦੀ ਘੜੀ ਤਾਂ ਇਹ ਹੈ ਵੀ 4 ਅੰਕ ਦਾ ਮੂੰਹ ਇੱਧਰਲੇ ਪਾਸੇ ਨੂੰ ਆ, 8 ਅੰਕ ਦਾ ਇੱਧਰਲੇ ਪਾਸੇ ਨੂੰ ਆ, ਇੱਧਰਲਾ ਇਹਦੀ ਲੱਤ ਖਿੱਚੀ ਜਾਂਦਾ, ਉਹਦੀ ਲੱਤ ਖਿੱਚੀ ਜਾਂਦਾ। ਹਾਲ ਦੀ ਘੜੀ ਤਾਂ ਬੀਜੇਪੀ ਨੂੰ ਇਸ ਗੱਲ ਦਾ ਬੜਾ ਫਾਇਦਾ ਮਿਲ ਰਿਹਾ। ਸੋ ਆਉਂਦੇ ਸਮੇਂ ਦੇ ਵਿੱਚ ਕੀ ਕਨ੍ਹਈਆ ਕੁਮਾਰ ਨੂੰ ਜੋਤੀ ਰਾਓ ਨਿੱਤਿਆ ਸਿੰਧੀਆ ਵਾਲੀ ਥਾਂ ਦੇ ਉੱਤੇ ਲਿਆਇਆ ਜਾ ਸਕੂਗਾ? ਕੀ ਸਚਿਨ ਪਾਇਲਟ ਵਾਂਗ ਉਹ ਉੱਭਰ ਸਕਣਗੇ ਕਾਂਗਰਸ ਦੇ ਵਿੱਚ ਰਹਿ ਕੇ? ਕਿਉਂਕਿ ਹਰ ਪਾਰਟੀ ਦੇ ਵਿੱਚ ਜਿਹੜੇ ਪੁਰਾਣੇ ਆ
ਉਹ ਨਵਿਆਂ ਨੂੰ ਨੱਪਣ ਦੀ ਕੋਸ਼ਿਸ਼ ਕਰਦੇ ਆ। ਉਹ ਕਹਿੰਦੇ ਵੀ ਅਸੀਂ ਐਵੇਂ ਹੀ ਆ। ਸੋ ਉਸ ਐਵੇਂ ਹੀ ਦੇ ਚੱਕਰ ਦੇ ਵਿੱਚ ਕਨ੍ਹਈਆ ਕੁਮਾਰ ਕਾਂਗਰਸ 'ਚ ਕਿੰਨਾ ਕੁ ਫਸਦੇ ਜਾਂ ਕਿਵੇਂ ਨਿਕਲਦੇ ਆ, ਇਹ ਵਕਤ ਬਿਆਨ ਕਰੂਗਾ। ਪਰ ਜਾਂਦੇ ਜਾਂਦੇ ਕਿਸਾਨ ਅੰਦੋਲਨ ਦੇ ਬਾਰੇ ਵੀ ਗੱਲ ਕਰ ਲਈਏ। ਕਿਸਾਨ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਹੈ। ਕਿਸਾਨਾਂ ਦੇ ਹੌਸਲੇ ਬੁਲੰਦ ਹੋਏ ਆ ਭਾਰਤ ਬੰਦ ਨੂੰ ਬੇਹੱਦ ਸਫਲਤਾ ਮਿਲਣ ਤੋਂ ਬਾਅਦ। ਗੋਦੀ ਮੀਡੀਆ ਦੇ ਅੰਗ ਵੀ ਇਹ ਗੱਲ ਕਹਿ ਰਹੇ ਆ ਕਿ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸੋ ਕੱਲ੍ਹ ਤੱਕ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਮੁੱਠੀ ਭਰ ਕਿਸਾਨ ਹਨ, 2 ਕੁ ਸੂਬਿਆਂ ਦੇ ਕਿਸਾਨ ਹਨ, ਉਹ ਲੋਕ ਹੁਣ ਇਹ ਗੱਲ ਕਹਿੰਦੇ ਵੀ ਇਹ ਤੇਲੰਗਾਨਾ ਦੇ ਵਿੱਚ ਵੀ ਬੜਾ ਇਕੱਠ ਹੋ ਗਿਆ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਵਿੱਚ ਵੀ ਬੜਾ ਇਕੱਠ ਹੋਇਆ। ਕਿਸਾਨਾਂ ਨੇ ਤਾਮਿਲਨਾਡੂ ਦੇ ਵਿੱਚ ਵੀ ਜਲਵਾ ਪੇਸ਼ ਕਰਤਾ। ਕਿਸਾਨਾਂ ਨੇ ਰਾਜਸਥਾਨ, ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਕਮਾਲ ਕੀਤੀ ਹੈ। ਪੰਜਾਬ, ਹਰਿਆਣਾ ਦੇ ਵਿੱਚ ਵੀ ਕਮਾਲ ਹੋਈ ਪਈ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੋਂ ਇਹੋ ਜਿਹੀਆਂ ਖਬਰਾਂ ਆਈਆਂ ਵੀ ਬਿਲਕੁਲ ਸੁੰਨਸਰਾਂ ਭਾਰਤ ਬੰਦ ਮੁਕੰਮਲ ਸੀ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਕਿਸਾਨ ਹੋਰ ਹੰਬਲਾ ਮਾਰਨਗੇ। ਕਿਸਾਨਾਂ ਦਾ ਇਹ ਕਹਿਣਾ ਜੀ ਕਿ ਅਸੀਂ ਜਿੱਤ ਕੇ ਜਾਵਾਂਗੇ, ਅਸੀਂ ਹਾਰ ਕੇ ਜਾਣ ਵਾਲੇ ਦੇ ਵਿੱਚੋਂ ਨਹੀਂ, ਤੇ ਸਰਕਾਰ ਝੁਕੂਗੀ ਤੇ ਸਾਡੀਆਂ ਜਿਹੜੀਆਂ ਇਹ ਵਾਜਬ ਮੰਗਾਂ ਇਹਨਾਂ ਨੂੰ ਪ੍ਰਵਾਨ ਕਰੂਗੀ। ਉਤਲੇ ਮਨੋਂ ਭਾਵੇਂ ਬੀਜੇਪੀ ਦੀ ਸਰਕਾਰ ਇਹ ਗੱਲ ਕਵੇ ਕਿ ਹਮ ਨਹੀਂ ਮਾਨਤੇ, ਪਰ ਮੰਨਣਾ ਉਹਨਾਂ ਦੀ ਮਜਬੂਰੀ ਬਣ ਜਾਣਾ ਆਉਂਦੇ ਸਮੇਂ ਦੇ ਵਿੱਚ। ਰਾਜਨੀਤਿਕ ਲੋਕ ਵੀ ਇਹ ਗੱਲ ਕਹਿੰਦੇ ਆ ਤੇ ਕਿਸਾਨ ਆਗੂਆਂ ਦਾ ਵੀ ਵਾਰ-ਵਾਰ ਇਹੀ ਕਹਿਣਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।